कि 1656 ਨੂੰ ਕੀਰਤਪੁਰ ਸਾਹਿਬ ਦੀ ਧਰਤੀ ਦੇ ਉੱਪਰ ਗੁਰੂ ਹਰਿ ਸਾਹਿਬ ਦੇ ਘਰ ਦੇ ਅੰਦਰ ਦੂਸਰੇ ਸਾਹਿਬਜ਼ਾਦੇ ਦੀ ਆਮਦ ਹੋਈ। ਸਤਿਗੁਰ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਨਾਮ ਜਿਹੜਾ ਸੀ ਹਰਿਕ੍ਰਿਸ਼ਨ ਰੱਖ ਦਿੱਤਾ। ਇੱਧਰ ਬਾਬਾ ਰਾਮ ਰਾਏ ਜੀ ਜਿਹੜੇ ਸੀ ਇਹ ਇਹਨਾਂ ਤੋਂ ਵੱਡੇ ਹੈ। ਸਮਾਂ ਆਪਣੀ ਚਾਲ ਚੱਲਿਆ ਕਿ ਔਰੰਗਜ਼ੇਬ ਨੇ ਜਦੋਂ ਸੁਨੇਹਾ ਭੇਜਿਆ ਕਿ ਕੁਝ ਸਿੱਖੀ ਸਿਧਾਂਤਾਂ ਦੇ ਬਾਰੇ ਸ਼ਿਕਾਇਤਾਂ ਆਈਆਂ, ਬਾਬਾ ਰਾਮ ਰਾਏ ਜੀ ਨੂੰ ਭੇਜਿਆ ਜਾਂਦਾ ਹੈ ਤੇ ਬਾਬਾ ਰਾਮ ਰਾਏ ਜੀ ਦਿੱਲੀ ਦੀ ਧਰਤੀ ਤੇ ਜਾਂਦੇ ਹੈ। ਇਸ ਤੋਂ ਪਹਿਲਾਂ ਇੱਕ ਵਾਕਿਆ ਕੀਰਤਪੁਰ ਸਾਹਿਬ ਦੀ ਧਰਤੀ ਤੇ ਵਾਪਰਦਾ ਹੈ। ਉਹ ਵਾਕਿਆ ਜਿਹੜਾ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਇਹ ਵਾਪਰਦਾ ਹੈ ਕਿ ਦੂਰੋਂ ਸੰਗਤਾਂ ਜਿਹੜੀਆਂ ਸੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਹਰਿ ਸਾਹਿਬ ਮਹਾਰਾਜ ਜੀਆਂ ਦੇ ਦਰਸ਼ਨ ਕਰਨ ਵਾਸਤੇ ਆਈਆਂ ਨੇ। ਉਹਨਾਂ ਦੇ ਵਿੱਚ ਇੱਕ ਬੜਾ ਗੁਰਮੁਖ ਬਿਰਤੀ ਵਾਲਾ ਗੁਰਸਿੱਖ ਹੈ। ਕੁਝ ਸਮਾਂ ਰਹਿ ਕੇ ਵਾਪਸ ਜਾਣਾ ਹੈ ਤੇ ਵਾਪਸ ਜਾਣ ਤੋਂ ਪਹਿਲਾਂ ਇੱਕ ਦਿਨ ਗੁਰੂ ਹਰਿ ਸਾਹਿਬ ਮਹਾਰਾਜ ਇਕੱਲਿਆਂ ਨੂੰ ਦੇਖਿਆ ਟਹਿਲਦਿਆਂ ਨੂੰ, ਆਗਿਆ ਪਾ ਕੇ ਮਹਾਰਾਜ ਸਾਹਿਬ ਦੇ ਕੋਲ ਗਿਆ। ਸਤਿਗੁਰੂ ਇੱਕ ਬੇਨਤੀ ਕਰਨ ਵਾਸਤੇ ਆਏ ਹੈ, ਅੰਦਰ ਇਜਾਜ਼ਤ ਤਾਂ ਨਹੀਂ ਦਿੰਦਾ ਪਰ ਫਿਰ ਵੀ ਤੁਹਾਡੀ ਇਜਾਜ਼ਤ ਚਾਹੁੰਦਾ ਹੈ। ਪਾਤਸ਼ਾਹ ਕਹਿਣ ਲੱਗੇ ਦੱਸੋ। ਕਹਿਣ ਲੱਗੇ ਮਹਾਰਾਜ ਦੂਰੋਂ ਆਏ ਹੈ, ਪਤਾ ਨਹੀਂ ਹੁਣ ਸਬੱਬ ਬਣਨਾ ਹੀ ਆਉਣ ਦਾ ਜਾਂ ਨਹੀਂ ਬਣਨਾ, ਪਰ ਮੈਨੂੰ ਪੁੱਛਣਾ ਤੇ ਨਹੀਂ ਚਾਹੀਦਾ। ਪਰ ਫਿਰ ਵੀ ਪਾਤਸ਼ਾਹ ਆਉਣ ਵਾਲੇ ਸਮੇਂ ਦੇ ਅੰਦਰ ਹਰਿਕ੍ਰਿਸ਼ਨ ਸਾਹਿਬ ਗੁਰੂ ਬਣ ਗਏ ਜਾਂ ਬਾਬਾ ਰਾਮ ਰਾਏ ਜੀ ਗੁਰੂ ਬਣ ਗਏ। ਧੰਨ ਗੁਰੂ ਹਰਿ ਸਾਹਿਬ ਜੀ ਚੁੱਪ ਰਹੇ। ਕੁਝ ਸਮੇਂ ਬਾਅਦ ਕਹਿਣ ਲੱਗੇ ਗੁਰਸਿੱਖਾ ਇਹਦਾ ਜਿਹੜਾ ਵਾ ਇਹ ਦੱਸਣ ਵਾਲੇ ਤੇ ਨਹੀਂ ਬਚਨ, ਪਰ ਇਹਨਾਂ ਨੂੰ ਗੁਪਤ ਰੂਪ ਦੇ ਵਿੱਚ ਰੱਖਣਾ ਹੈ। ਕੱਲ੍ਹ ਨੂੰ ਜਦੋਂ ਦੋਵੇਂ ਸਾਹਿਬਜ਼ਾਦੇ ਬਾਣੀ ਪੜ੍ਹਦੇ ਹੋਣਗੇ ਉਸ ਟਾਈਮ 'ਤੇ ਤੁਸੀਂ ਆਇਓ ਤੇ ਇੱਕ ਸੂਈ ਲੈ ਕੇ ਜਿਹੜੀ ਹੈ ਉਹ ਜਿਹੜੇ ਪੀੜੇ ਦੇ ਉੱਪਰ ਉਹਨਾਂ ਨੇ ਪੋਥੀਆਂ ਪ੍ਰਕਾਸ਼ ਕੀਤੀਆਂ ਉਹਦੇ ਵਿੱਚ ਖੁਬੋ ਕੇ ਦੇਖਿਓ। ਜਿਹਦੀ ਪੀੜੀ ਦੇ ਅੰਦਰ ਉਹ ਜਿਹੜੀ ਸੂਈ ਖੁੱਭ ਜਾਵੇ ਸਮਝ ਲਿਓ ਆਉਣ ਵਾਲਾ ਗੁਰੂ ਇਹ ਹੋਵੇਗਾ। ਕਹਿੰਦੇ ਉਹ ਗੁਰਸਿੱਖ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਉਹਨੇ ਇਸ਼ਨਾਨ ਕੀਤਾ, ਆਪਣਾ ਨੇਮ ਕੀਤਾ, ਫਿਰ ਉੱਥੇ ਆ ਗਿਆ ਜਿੱਥੇ ਸਾਹਿਬਜ਼ਾਦੇ ਬਾਣੀ ਪੜ੍ਹਦੇ ਪਏ ਸੀ। ਇੱਕ ਪਾਸੇ ਬਾਬਾ ਰਾਮ ਰਾਏ ਜੀ ਕੋਲ ਬੈਠ ਕੇ ਸੁਣੀ, ਬੜੇ ਪਿਆਰ ਦੇ ਵਿੱਚ ਭੇਜ ਕੇ ਬਾਣੀ ਪੜ੍ਹਦੇ ਹੈ, ਸੁਣਦੇ ਰਹੇ। ਫਿਰ ਉੱਠੇ ਉਹ ਸੂਈ ਲੈ ਕੇ ਜਦੋਂ ਪੀੜੇ ਦੇ ਵਿੱਚ ਖਬੋਈ ਤੇ ਖੁੱਭੀ ਨਾ। ਫਿਰ ਹਰਿਕ੍ਰਿਸ਼ਨ ਸਾਹਿਬ ਦੇ ਕੋਲ ਗਏ, ਬੜੇ ਪਿਆਰ ਦੇ ਵਿੱਚ, ਛੋਟੀ ਜੀ ਉਮਰ ਹੈ, ਬੜੇ ਪਿਆਰ ਵਿੱਚ ਭੇਜ ਕੇ ਜਦੋਂ ਬਾਣੀ ਪੜ੍ਹਦੇ ਪਏ ਨੇ, ਕਿੰਨਾ ਸਮਾਂ ਤੇ ਗੁਰਸਿੱਖ ਨੂੰ ਚੇਤਾ ਹੀ ਭੁੱਲ ਗਿਆ ਕਿ ਮੈਂ ਕਿਸ ਵਾਸਤੇ ਆਇਆ। ਇੰਨੇ ਪਿਆਰ ਵਿੱਚ ਬਾਣੀ ਪੜ੍ਹਦੇ, ਸੱਚ ਜਾਣਿਓ ਗੁਰਮੁਖੋ, ਕਿਤੇ ਪਿਆਰ ਵਿੱਚ ਭਿੱਜ ਕੇ ਬਾਣੀ ਪੜ੍ਹਦੇ ਹੋਈਏ ਨਾ ਤੇ ਪੱਥਰ ਦਿਲ ਜਿਹੜੇ ਹੈ ਉਹ ਵੀ ਮੋਮ ਹੋ ਜਾਂਦੇ ਹੈ। ਗੁਰਬਾਣੀ ਨੂੰ ਪੜ੍ਹਨ ਦਾ ਢੰਗ ਹੈ। ਗੁਰੂ ਸਾਹਿਬ ਨੇ ਬਾਣੀ ਨੂੰ ਗਾਇਆ ਹੈ ਤੇ ਸਾਹਿਬ ਨੇ ਗੱਲ ਵੀ ਗਾਉਣ ਦੀ ਕੀਤੀ। ਇੱਥੇ ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਓ ਕਿੰਨਾ ਕੁ ਅਸੀਂ ਗਾਉਣੇ ਹੈ ਇਹ ਸਾਡੇ 'ਤੇ ਡਿਪੈਂਡ ਕਰਦਾ ਅਸੀਂ ਕਿੰਨਾ ਕੁ ਬਾਣੀ ਨੂੰ ਗਾਇਆ ਹੈ। ਹੁਣ ਜਿਹੜੇ ਹਰਿਕ੍ਰਿਸ਼ਨ ਸਾਹਿਬ ਇਹ ਗਾ ਕੇ ਬਾਣੀ ਨੂੰ ਪੜ੍ਹਦੇ ਪਏ ਨੇ, ਸਿੱਖ ਨੂੰ ਖਿਆਲ ਭੁੱਲ ਗਿਆ, ਇੰਨੀ ਮਿੱਠੀ ਆਵਾਜ਼। ਫਿਰ ਚੇਤਾ ਆਇਆ, ਉੱਠ ਕੇ ਜਦੋਂ ਉਹ ਸੂਈ ਪਾਵੇ ਵਿੱਚ ਖਬੋਈ, ਐਂ ਖੁੱਭ ਗਈ ਜਿੱਦਾਂ ਮੋਮ ਵਿੱਚ ਖੁੱਭ ਜਾਂਦੀ ਹੈ। ਸਿਰ ਝੁਕਿਆ ਕਿ ਆਉਣ ਵਾਲੇ ਗੁਰੂ ਇਹ ਹੋਣਗੇ, ਪਰ ਉਮਰ ਛੋਟੀ ਹੈ, ਮਨ ਵਿੱਚ ਸ਼ੱਕ ਵੀ ਹੈ ਕਿਤੇ ਨਾ ਕਿਤੇ। ਗੁਰਸਿੱਖ ਸਵੇਰੇ ਗੁਰੂ ਹਰਿ ਸਾਹਿਬ ਦੇ ਦਰਸ਼ਨ ਕਰਕੇ ਮਹਾਰਾਜ ਨਿਰਣਾ ਹੋ ਗਿਆ। ਮਹਾਰਾਜ ਕਹਿੰਦੇ ਗੁਪਤ ਰੱਖਿਓ। ਇਹ ਗੁਰਸਿੱਖ ਵਾਪਸ ਆਪਣੇ ਦੇਸ਼ ਨੂੰ ਚਲੇ ਗਏ। ਇੱਧਰ ਬਾਬਾ ਰਾਮ ਰਾਏ ਜੀ ਜਿਹੜੇ ਦਿੱਲੀ ਦੇ ਵਿੱਚ ਜਾਂਦੇ ਹੈ, ਗੁਰੂ ਹਰਿ ਸਾਹਿਬ ਨੇ ਆਪਣੀਆਂ ਬਖਸ਼ਿਸ਼ਾਂ ਦਾ ਰੁਮਾਲ ਦਿੱਤਾ ਹੈ ਕਿ ਗੁਰੂ ਨਾਨਕ ਦੇ ਘਰ ਨੂੰ ਚੇਤੇ ਰੱਖਣਾ ਹੈ। ਰੁਮਾਲ ਦਾ ਮਤਲਬ ਹੁੰਦਾ ਹੈ ਕਿ ਗੁਰੂ ਘਰ ਨੂੰ ਚੇਤਾ ਰੱਖੀ, ਤੈਨੂੰ ਕਿਤੇ ਚੇਤਾ ਨਾ ਭੁੱਲ ਜਾਵੇ। ਆਮ ਕਰਕੇ ਨਾ ਜਦੋਂ ਆਪਾਂ ਬਾਜ਼ਾਰ ਜਾਂਦੇ ਇੱਕ ਪਰਚੀ ਲਿਖ ਲੈਂਦੇ ਹਾਂ ਵੀ ਕਿਤੇ ਖਿਆਲ ਨਾ ਭੁੱਲ ਜਾਵੇ। ਰੁਮਾਲ ਦੇ ਵਿੱਚ ਬਖਸ਼ਿਸ਼ ਨਹੀਂ, ਬਖਸ਼ਿਸ਼ ਗੁਰੂ ਦੇ ਬਚਨ ਦੇ ਵਿੱਚ ਹੈ। ਕਈ ਵਾਰੀ ਅਸੀਂ ਸੋਚਦੇ ਉਹ ਰੁਮਾਲ ਦੇ ਵਿੱਚ ਬਖਸ਼ਿਸ਼ਾਂ ਸੀ, ਮਹਾਰਾਜ ਨੇ ਬਖਸ਼ਿਸ਼ਾਂ ਕੱਢ ਲਈਆਂ। ਨਹੀਂ, ਰੁਮਾਲ ਉਹ ਚੇਤਾ ਸੀ। ਜਦੋਂ ਇਹ ਰੁਮਾਲ ਤੇਰੇ ਸਾਹਮਣੇ ਹੋਵੇ, ਗੁਰੂ ਕਾ ਚੇਤਾ ਰਵੇ, ਹੱਥ ਵਿੱਚ ਕੜਾ ਹੈ, ਕਿਸੇ ਦੀ ਚੋਰੀ ਕਰਨ ਲੱਗਾ ਤੈਨੂੰ ਚੇਤਾ ਆ ਜਾਵੇ ਗੁਰੂ ਗੋਬਿੰਦ ਸਿੰਘ ਦਾ ਕੜਾ ਪਾਇਆ ਹੈ। ਸ੍ਰੀ ਸਾਹਿਬ ਹੈ ਇਹ, ਜਿੱਥੇ ਤੇਰੀ ਆਪਣੀ ਰੱਖਿਆ ਕਰਦੀ ਹੈ, ਕੋਈ ਤੇਰੀ ਦਾੜੀ ਨੂੰ ਹੱਥ ਪਾਵੇ, ਪੱਗ ਨੂੰ ਹੱਥ ਪਾਵੇ, ਉੱਥੇ ਇਹ ਗਊ ਗਰੀਬ ਦੀ ਰਾਖੀ ਵਾਸਤੇ ਵੀ ਹੈ। ਇਹ ਸਾਨੂੰ ਜਿਹੜੇ ਇਹ 5 ਕਕਾਰ ਦਿੱਤੇ ਸੀ, ਇਹ ਗੁਰੂ ਦੀਆਂ ਬਖਸ਼ਿਸ਼ਾਂ ਉਹ ਨੇ ਜਦੋਂ ਇਹਨਾਂ ਨੂੰ ਅਸੀਂ ਸਿਧਾਂਤ ਨੂੰ ਸਮਝਾਂਗੇ। ਬਸ ਇਹ ਰੁਮਾਲ ਇੱਕ ਜਿਹੜੀ ਸੀ ਉਹ ਗੁਰੂ ਘਰ ਦਾ ਚੇਤਾ ਖਿਆਲ ਸੀ।
ਕਹਿੰਦੇ ਬਾਬਾ ਰਾਮ ਰਾਏ ਉੱਥੇ ਗਏ, ਹਰ ਸਵਾਲ ਦਾ ਜਵਾਬ ਦਿੱਤਾ। ਔਰੰਗਜ਼ੇਬ ਦੇ ਕੋਲ 1400 ਅਲਮਾਓ ਸੀ, ਵਿਦਵਾਨ ਸਨ ਜਿਹੜੇ ਸਭਾ ਵਿੱਚ ਬੈਠਦੇ ਸਨ। 1400 ਅਲਮਾਓ ਜਿਹੜਾ ਸੀ ਬਾਬੇ ਰਾਮ ਰਾਏ ਦੇ ਅੱਗੇ ਸਿਰ ਝੁਕਾ ਗਿਆ। ਵਿਦਵਤਾ ਬੜੀ ਹੈ, ਪਰ ਅੱਜ ਉਹਨਾਂ ਨੇ ਆਪਣੀ ਜਾਲ ਵਿੱਚ ਫਸਾ ਲਿਆ। ਜਦੋਂ ਉਹਨਾਂ ਨੇ ਸਵਾਲ ਕੀਤਾ ਕਿ ਤੁਹਾਡੇ ਗੁਰੂ ਸਾਹਿਬਾਂ ਨੇ ਜੋ ਕਲਾਮ ਲਿਖੀ ਹੈ ਉਹਦੇ ਵਿੱਚ ਉਹਨਾਂ ਲਿਖਿਆ ਹੈ ਕਿ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਦਾ ਕੀ ਮਤਲਬ? ਉਹ ਕਹਿੰਦਾ ਨਹੀਂ, ਇਹ ਕਵੀ ਦੀ ਗਲਤੀ ਹੈ, ਅਸਲ ਵਿੱਚ ਮਿੱਟੀ ਬੇਈਮਾਨ ਕੀ। ਬਸ ਇੰਨਾ ਸ਼ਬਦ ਵਰਤ ਦਿੱਤਾ। ਕਹਿੰਦਾ ਇਹ ਕਵੀ ਤੋਂ ਗਲਤੀ ਹੋ ਗਈ ਹੈ, ਲਿਖਾਰੀ ਦੀ ਗਲਤੀ ਹੈ। ਇੱਧਰ ਗੁਰੂ ਹਰਿ ਸਾਹਿਬ ਨੂੰ ਇਹ ਖਬਰ ਪਹੁੰਚਦੀ ਹੈ। ਗੁਰੂ ਦੇ ਸਿੱਖ ਜਿਹੜੇ ਕੁਝ ਦਿੱਲੀ ਤੋਂ ਆਉਂਦੇ, ਉਹਨਾਂ ਆ ਕੇ ਦੱਸਿਆ ਮਹਾਰਾਜ ਰਾਮ ਰਾਏ ਨੇ ਤੇ ਗੁਰੂ ਨਾਨਕ ਸਾਹਿਬ ਦਾ ਸ਼ਬਦ ਬਦਲ ਦਿੱਤਾ ਹੈ। ਵੇਖੋ 13 ਸਾਲ ਦੀ ਉਮਰ ਸੀ ਬਾਬੇ ਰਾਮ ਰਾਏ ਦੀ ਉਸ ਟਾਈਮ 'ਤੇ। ਸਤਿਗੁਰ ਪਾਤਸ਼ਾਹ ਕਿੰਨਾ ਕੁ ਵੱਡਾ ਗੁਰਬਾਣੀ ਦਾ ਸਤਿਕਾਰ ਕਰਦੇ ਨੇ। ਸਤਿਗੁਰ ਪਾਤਸ਼ਾਹ ਨੇ ਕਿਹਾ ਅੱਜ ਤੋਂ ਰਾਮ ਰਾਏ ਨੂੰ ਕਹਿ ਦਿਓ ਸਾਡੇ ਮੱਥੇ ਨਹੀਂ ਲੱਗਣਾ। ਰਾਮ ਰਾਏ ਨੂੰ ਗੁਰੂ ਘਰ ਦੇ ਵਿੱਚੋਂ ਛੇਕਿਆ ਜਾਂਦਾ ਹੈ। ਗੁਰੂ ਘਰ ਦੇ ਇੱਕ ਕੇਵਲ ਪੰਕਤੀ, ਕੇਵਲ ਮੂੰਹ ਜ਼ਬਾਨੀ ਕੇਵਲ ਬਦਲੀ ਹੈ, ਹੱਥ ਦੇ ਨਾਲ ਨਹੀਂ, ਪਰ ਗੁਰੂ ਘਰ ਦੇ ਵਿੱਚੋਂ ਗੁਰੂ ਹਰਿ ਸਾਹਿਬ ਜੀ ਛੇਕ ਦਿੰਦੇ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਨੂੰ 1661 ਦੇ ਅੰਦਰ ਗੁਰਤਾ ਗੱਦੀ ਬਾਬਾ ਬੁੱਢਾ ਸਾਹਿਬ ਦੇ ਪੋਤਰੇ ਭਾਈ ਗੁਰਦਿੱਤਾ ਜੀ ਜਿਹੜੇ ਅਰਦਾਸ ਕਰਕੇ ਉਹ ਗੁਰਤਾ ਗੱਦੀ ਦੀ ਸਾਰੀ ਰਸਮ ਕਰਦੇ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਗੁਰਤਾ ਗੱਦੀ 'ਤੇ ਬੈਠਦੇ ਹੈ ਤੇ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਭੁਲੇਖਾ ਪੈ ਗਿਆ, ਕਿਉਂਕਿ ਏਡੀ ਛੋਟੀ ਉਮਰ ਦਾ ਗੁਰੂ ਕਦੇ ਦੇਖਿਆ ਨਹੀਂ ਸੀ। ਮਨਾਂ ਦੇ ਅੰਦਰ ਬਹੁਤ ਵੱਡੇ ਭੁਲੇਖੇ ਵੀ ਇਹ ਇੰਨੀ ਕੁ ਛੋਟੀ ਉਮਰ ਦਾ ਗੁਰੂ ਨਹੀਂ ਹੋ ਸਕਦਾ। ਗੁਰੂ ਸਾਹਿਬ ਨੇ ਤੇ ਬਾਣੀ ਵਿੱਚ ਕਿਹਾ ਨਾਲ ਇਆਣੇ ਦੋਸਤੀ ਕਦੇ ਨਾ ਆਵੇ ਰਾਸ, ਤੇ ਅੱਜ ਗੁਰਤਾ ਗੱਦੀ ਇੱਕ ਇਆਣ ਬਿਰਤੀ ਨੂੰ ਛੋਟੇ ਜਿਹੇ ਬੱਚੇ ਨੂੰ ਦੇ ਦਿੱਤੀ ਹੈ। ਕਿਵੇਂ ਜ਼ਿੰਮੇਵਾਰੀ ਨਿਭਾਵੇਗਾ? ਇੱਕ ਵਾਰੀ ਈਰ ਖਾਲੂਆਂ ਨੇ ਪਰਖਣ ਦੇ ਵਾਸਤੇ ਮਹਾਰਾਜ ਸਾਹਿਬ ਦੀ ਪਾਲਕੀ ਆ ਰਹੀ ਹੈ, ਰਸਤੇ ਵਿੱਚ ਇੱਕ ਕੋਹੜੀ ਨੂੰ ਬਿਠਾਲ ਦਿੱਤਾ। ਉਹ ਕੋਹੜੀ ਜਿਹੜਾ ਸੀ ਪਾਲਕੀ ਦੇ ਅੱਗੇ ਕਰਲਾਉਣ ਲੱਗ ਪਿਆ। ਸਤਿਗੁਰ ਪਾਤਸ਼ਾਹ ਨੇ ਪਾਲਕੀ ਨੂੰ ਥੱਲੇ ਰਖਾਇਆ, ਵਿੱਚੋਂ ਨਿਕਲੇ। ਕੋਹੜੀ ਦੇ ਕੋਲ ਗਏ, ਕਹਿਣ ਲੱਗੇ ਕੀ ਗੱਲ ਹੈ? ਕਹਿਣ ਲੱਗਾ ਜੀ ਗੁਰੂ ਨਾਨਕ ਸਾਹਿਬ ਨੇ ਵੀ ਕੋਹੜੀਆਂ ਨੂੰ ਠੀਕ ਕੀਤਾ ਹੈ, ਗੁਰੂ ਅਰਜਨ ਸਾਹਿਬ ਨੇ ਵੀ ਕੋਹੜੀਆਂ ਨੂੰ ਠੀਕ ਕੀਤਾ ਹੈ। ਉਹੀ ਜੋਤ ਤੁਹਾਡੇ ਅੰਦਰ ਹੈ, ਮੇਰੇ 'ਤੇ ਵੀ ਕਿਰਪਾ ਕਰੋ, ਮੇਰਾ ਵੀ ਕੋਹੜ ਠੀਕ ਕਰੋ। ਕਹਿੰਦੇ ਇਤਿਹਾਸਕਾਰ ਲਿਖਦੇ ਆ ਸਤਿਗੁਰਾਂ ਨੇ ਆਪਣਾ ਰੁਮਾਲ ਕੱਢ ਕੇ ਪਹਿਲਾਂ ਉਸ ਕੋਹੜੀ ਦੇ ਜ਼ਖਮ ਸਾਫ਼ ਕੀਤੇ, ਜਿਵੇਂ ਤਰਨ ਤਾਰਨ ਗੁਰੂ ਅਰਜਨ ਸਾਹਿਬ ਨੇ ਆਪਣੇ ਰੁਮਾਲ ਨਾਲ ਸਾਫ਼ ਕੀਤੇ ਸੀ। ਉਹਦੇ ਜ਼ਖਮਾਂ ਨੂੰ ਸਾਫ਼ ਕੀਤਾ। ਮਹਾਰਾਜ ਕਹਿੰਦੇ ਜਿਹੜੀ ਪਾਲਕੀ ਵਿੱਚ ਅਸੀਂ ਆਏ ਇਹਨੂੰ ਕੋਹੜੀ ਨੂੰ ਉਸ ਪਾਲਕੀ ਵਿੱਚ ਬਿਠਾਓ। ਕਮਾਲ ਦੀ ਗੱਲ, ਇੰਨਾ ਵੱਡਾ ਮਾਣ। ਉਸ ਕੋਹੜੀ ਦੇ ਨੇਤਰਾਂ 'ਚੋਂ ਜਲ ਛਲਕਾਇਆ, ਹੱਥ ਜੋੜ ਕੇ ਕਿਹਾ ਪਾਤਸ਼ਾਹ ਇਸ ਪਾਲਕੀ ਵਿੱਚ ਤੁਸੀਂ ਬੈਠੋਗੇ, ਮੈਨੂੰ ਤੇ ਈਰਖਾਲੂਆਂ ਨੇ ਪਰਖਣ ਵਾਸਤੇ ਭੇਜਿਆ ਸੀ। ਸਤਿਗੁਰਾਂ ਨੇ ਡੇਰੇ ਵਿੱਚ ਖੜ ਕੇ ਇਲਾਜ ਕੀਤਾ। ਇੱਕ ਗੁਰੂ ਨਾਨਕ ਦੀ ਰਹਿਮਤ, ਗੁਰੂ ਹਰਕ੍ਰਿਸ਼ਨ ਸਾਹਿਬ ਦੀ ਬਖਸ਼ਿਸ਼, ਦੂਸਰਾ ਇਲਾਜ ਹੋਇਆ। ਥੋੜ੍ਹੇ ਦਿਨਾਂ ਦੇ ਵਿੱਚ ਉਹ ਕੋਹੜੀ ਜਿਹੜਾ ਸੀ ਨਵੰਬਰ 9 ਤੰਦਰੁਸਤ ਹੋ ਗਿਆ। ਜਿਹੜੇ ਉਹ ਈਰਖਾਲੂ ਸੀ ਮੂੰਹ 'ਤੇ ਚਪੇੜ ਵੱਜੀ ਹੈ। ਉਸ ਤੋਂ ਬਾਅਦ ਰੋਪੜ ਦੇ ਰਹਿਣ ਵਾਲਾ ਇੱਕ ਜਿਹੜਾ ਹਰੀ ਚੰਦ ਸ਼ਾਹੂਕਾਰ, ਬੜਾ ਵੱਡਾ ਸੇਠ, ਉਹ ਬਹੁਤ ਸਾਰਾ ਧਨ ਦੌਲਤ ਲੈ ਕੇ ਗੁਰੂ ਹਰਕ੍ਰਿਸ਼ਨ ਸਾਹਿਬ ਦੇ ਦਰਬਾਰ ਵਿੱਚ ਪਹੁੰਚੇ। ਗੁਰੂ ਹਰਕ੍ਰਿਸ਼ਨ ਸਾਹਿਬ ਦੀ ਵਡਿਆਈ ਨੂੰ ਸਮਝਿਓ। ਜਦੋਂ ਇਹ ਹਰੀ ਚੰਦ ਸ਼ਾਹੂਕਾਰ ਰੋਪੜ ਦੀ ਧਰਤੀ ਦਾ ਬਹੁਤ ਵੱਡਾ ਧਨਾੜ ਕੀਰਤਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਦਾ ਹੈ, ਇਹਦੇ ਘਰ ਦੇ ਵਿੱਚ ਧੀਆਂ ਜੰਮਦੀਆਂ ਸੀ ਤੇ ਜੰਮਦੀ ਧੀ ਨੂੰ ਮਾਰ ਦਿੰਦਾ ਸੀ। ਉਦੋਂ ਅਲਟਰਾਸਾਊਂਡ ਦੀ ਮਸ਼ੀਨ ਤੇ ਨਹੀਂ ਸੀ ਹੁੰਦੀ, ਜੰਮਣ ਤੋਂ ਬਾਅਦ ਧੀਆਂ ਨੂੰ ਖਤਮ ਕਰ ਦਿੱਤਾ ਜਾਂਦਾ ਸੀ। ਜਦੋਂ ਮਹਾਰਾਜ ਸਾਹਿਬ ਦੇ ਦਰਬਾਰ ਵਿੱਚ ਪਹੁੰਚਿਆ, ਬਾਹਰ ਦਰਵਾਜ਼ੇ 'ਤੇ ਸੀ ਸੇਵਾਦਾਰਾਂ ਨੇ ਦੱਸਿਆ ਮਹਾਰਾਜ ਬਹੁਤ ਵੱਡਾ ਸ਼ਾਹੂਕਾਰ ਬਹੁਤ ਵੱਡੇ ਪਦਾਰਥ ਲੈ ਕੇ, ਬਹੁਤ ਸਾਰੀਆਂ ਭੇਟਾਵਾਂ ਲੈ ਕੇ ਆਪਦੇ ਦਰਬਾਰ ਵਿੱਚ ਹਰੀ ਚੰਦ ਸ਼ਾਹੂਕਾਰ ਜਿਹੜਾ ਰੋਪੜ ਦੀ ਧਰਤੀ ਦਾ ਰਹਿਣ ਵਾਲਾ ਉਹ ਆ ਰਿਹਾ ਹੈ। ਪਾਤਸ਼ਾਹ ਕਹਿੰਦੇ ਦਰਵਾਜ਼ੇ ਬੰਦ ਕਰ ਦਿਓ। ਦਰਵਾਜ਼ੇ ਬੰਦ ਕਰ ਦਿੱਤੇ। ਸੇਵਾਦਾਰ ਨੇ ਕਿਹਾ ਮਹਾਰਾਜ ਭੇਟਾਂ ਬੜੀਆਂ ਨੇ। ਸਤਿਗੁਰ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇ ਘਰ ਵਿੱਚ ਭੇਟਾਂ ਨੂੰ ਕੋਈ ਜਗ੍ਹਾ ਨਹੀਂ, ਪਹਿਲਾਂ ਮਰਿਆਦਾ ਨੂੰ ਜਗ੍ਹਾ ਹੈ। ਇੱਥੇ ਭੇਟਾਵਾ ਨਹੀਂ, ਇੱਥੇ ਗੁਰੂ ਨਾਨਕ ਦੇ ਸਿਧਾਂਤ ਨੂੰ ਜਗ੍ਹਾ ਮਿਲਦੀ ਹੈ। ਉਹ ਕਰਲਾ ਉੱਠਿਆ, ਪਾਤਸ਼ਾਹ ਦਰਵਾਜ਼ਾ ਖੋਲੋ ਮੈਂ ਦਰਸ਼ਨ ਕਰਨੇ। ਸਤਿਗੁਰ ਪਾਤਸ਼ਾਹ ਕਹਿੰਦੇ ਨਹੀਂ ਤੇਰੇ ਵਾਸਤੇ ਕੋਈ ਦਰਸ਼ਨ ਨਹੀਂ। ਹੱਥ ਜੋੜ ਕੇ ਕਿਹਾ ਪਾਤਸ਼ਾਹ ਮੇਰੀ ਗਲਤੀ। ਕਹਿੰਦੇ ਬੱਚੀ ਜੰਮਦੀ ਕਤਲ ਕਰ ਦੇਣਾ ਹੈ, ਮੇਰੇ ਗੁਰੂ ਨਾਨਕ ਦਾ ਸਿਧਾਂਤ ਹੈ ਸੋ ਕਿਉਂ ਮੰਦਾ ਆਖੀਐ ਜਿਤ ਜੰਮੇ ਰਾਜਾਨ। ਇਸ ਕਰਕੇ ਗੁਰੂ ਨਾਨਕ ਦੇ ਦਰਬਾਰ ਵਿੱਚ ਤੈਨੂੰ ਕੋਈ ਜਗ੍ਹਾ ਨਹੀਂ ਮਿਲ ਸਕਦੀ। ਹੱਥ ਜੋੜ ਕੇ ਕਿਹਾ, ਕੰਨਾਂ ਨੂੰ ਹੱਥ ਲਾ ਕੇ ਪਾਤਸ਼ਾਹ ਤੋਬਾ ਕਰਦਾ ਹੈ, ਅੱਜ ਤੋਂ ਬਾਅਦ ਧੀ ਦਾ ਕਤਲ ਨਹੀਂ ਕਰਾਂਗਾ। ਸਤਿਗੁਰਾਂ ਕਿਹਾ ਦਰਵਾਜ਼ੇ ਖੋਲ੍ਹ ਦਿਓ।
दरवाजे खोले, गुरु घर दे विच आके गुरु का सिख बनिया, सेवा कीती है। ते उहदे घर दे विच सतगुरां ने पुत्र दी दात भी बख्शिश कीती, धीआं भी आईयां, धीआं दी भी पुत्रां वांगू परवस कीती है। ये सी गुरु नानक दे घर दा सिद्धांत। सतगुर पातशाह जे दिल्ली तो राजा जय सिंह जिहड़े है वो बुलाउंदे है, ते याद रखियो सतगुर पातशाह नूं पता भी है, क्योंकि गुरु हारै साहिब ने जिस दिन गुरता गद्दी दित्ती सी, उन्हां कहा सी नह मलेश को दर्शन दे है। औरंगजेब दे कदे मत्थे नहीं लगना, पर बाबे राम राज दे अंदर इक्को ईरखा सी कि मैं गुरता गद्दी नूं किवें प्राप्त करना है। आपां पंजोखरा साहिब वाला सिद्धांत जाणदे हैं, जिथे एक लाल चंद पंडित ने जदों उत्थे संगतां दा बहुत वड्डा इकट्ठ पुछया भी ये कौन है, गुरु के सिख ने दस्सिया धन गुरु हरकृष्ण साहिब है। कहंदा कमाल हो गई, साडा कृष्ण भगवान होया है। द्वापर युग के अंदर उन्हें गीता उचारी सी, इन्हें एडा वड्डा नां रख लिया गुरु हरकृष्ण। कहंदा कमाल हो गई, ये गीता दी अर्थ करके विखा देवे, गीता उचारनी ते की है। सिख ने आके धन गुरु हरकृष्ण साहिब महाराज नूं दस्सिया। महाराज कहंदे पंडित जी नूं लैके आओ। पंडित लाल चंद जी आए, हंकारिया होया पंडित कोल बैठ गया, नमस्कार नहीं कीती। पातशाह कहंदे पंडित जी पहली तो गल है तुसीं साडे नां ते शंका कीती है, साडा नाम ये सानू दिता गया। गुरु जिहड़ा शब्द है ये गुरु नानक दे घर दा जो सिद्धांत है ये मेरे पिता गुरु वल्लों प्राप्त होया है। जिहड़ा हर शब्द है ये मेरे पिता दे नां दे विचों मैनूं मिलिया है। कृष्ण शब्द जिहड़ा ये मेरी माँ दा कृष्ण कौर नां है उहदे विचों मिलिया है। ते जिहड़ा साहिब है ये संगतां ने प्यार दे नाल बोलदियां ने, मेरा ते कुछ भी नहीं गा। इस करके ये सारा कुछ गुरु घर दे विचों मिलिया है, मेरा अपना नाम कोई नहीं गा। उन्हें कहा जी फिर गीता दे अर्थ। पातशाह कहंदे किसी नूं भी लै आओ। हुण जदों पंडित लाल चंद गया, छज्जू जिहड़ा सी लोकां दे घरां दे विच पानी ढोण वाला, इनू असल विच गूंगा ते बोड़ा इस करके कहा गया है क्योंकि झीवर जाति सूदर जाति नाल संबंध रखदा सी। सूदर अपनी जबान दे नाल रब दा नाम नहीं लै सकदा, उहदी जबान कट दित्ती जांदी सी जे पंडित नूं पता लग जांदा सी। इस करके ये गूंगा सी। वो अपने कन्नां दे नाल कोई धर्म की गल नहीं सुन सकता, उहदे कन्नां दे विच कोई धर्म नां दी आवाज़ नहीं पै सकती, जिस करके ये कन्नां तो बोड़ा है। पंडित जिहड़ा सी लाल चंद ने देखिया भी इस बंदे नूं लै चलदे जिन्हें कोई धर्म की किताब ही नहीं पढ़ी, इहनूं की पता है। ये जबान तो गूंगा है, धर्म की गल नहीं कर सकता, कन्नां तो बोड़ा है, धर्म की गल कोई नहीं सुनी। उन्होंने लिया के गुरु हरकृष्ण साहिब के कोल बिठा दिता। महाराज ये कर सकता है गीता के अर्थ? पातशाह कहते बिल्कुल। सतगुर पातशाह ने अपनी छड़ी जड़ी सी वो सिर ते रखी, कहन लगे छज्जू गुरु नानक नूं याद करके गीता के अर्थ करके दसो। पंडित ने एक सवैया पढ़िया है। छज्जू कहन लगा पंडित जी तुसीं गलत पढ़िया, मैं पढ़दा है। उन्होंने पढ़ के वो अर्थ किए। पंडित घबरा गया। वो पंडित जिहड़ा सी जदों छज्जू के मूँह के विचों जबान तो ये मिठी आवाज़ विच गीता के अर्थ सुने तो उहदी बुद्धि चकरा गई भी एडा वड्डा विद्वान, एडी वड्डी विद्वता गुरु के सिखां दे अंदर गुरु की रहमत दे नाल मिलदी है। अज गुरु ने सिद्धांत असी वो गुरु की छड़ी वाली गल चेते रख लेंदे, पर इत्थे एक सिद्धांत प्रगट कीता सी। मैं वो सिद्धांत आप जी नाल साझा करना चाहुंदा। वो सिद्धांत की सी? पंडित ते शूदर कदी बराबर नहीं सी बैठ सकते। अज पंडित ते शूदर नूं गुरु ने बराबर बिठा दिता। पंडित दे सामने कोई शूदर अपनी जबान दे नाल रब दा नाम नहीं लै सकदा। अज पंडित दे सामने शूदर जिहड़ा सी वो गीता दे अर्थ पिया करदा है। पंडित ते उच्चा हो के कोई नहीं बैठ सकता। अज पंडित तो उच्चा बिठाया गुरु हरकृष्ण साहिब ने शूदर नूं। ते याद रखियो गीता दे अर्थ सुनदियां सुनदियां अज वो पंडित जिहड़ा लोकां दे गलां दे विच जनेऊ पवाउंदा सी, अपने गल दा जनेऊ ला के उन्हें गुरु हरकृष्ण साहिब दे चरनां विच रख दिता। मैनूं सिੱਖੀ दी दात दे दिओ। धन गुरु हरकृष्ण साहिब तो सिੱਖੀ दी दात प्राप्त कीती है। चंगा होवे जे असीं गुरु हरकृष्ण साहिब दा वो प्रकाश गुरपुरब मनाउंदे होए साडे तो ते पंडित लाल चंद ही चंगा है जिन्हें सिੱਖੀ ग्रहण कर ली। असीं सिखां दे घर विच जन्म लैके भी सिੱਖੀ तो कोहां दूर चले गए। असीं मनाउणे प्रकाश गुरपुरब है। गुरपुरब प्रकाश गुरपुरब मनाउण दा यही लाभ है। उस इतिहास विचों लभीए पंडित लाल चंद ते सिख बन गया है।
ਪੰਡਤ ਲਾਲ ਚੰਦ ਦਾ ਪਰਿਵਾਰ ਅੰਮ੍ਰਿਤ ਛਕਦਾ ਹੈ ਬਾਅਦ ਵਿੱਚ 10ਵੇਂ ਪਾਤਸ਼ਾਹ ਦੇ ਟਾਈਮ ਤੇ। ਪੰਡਤ ਲਾਲ ਚੰਦ ਦਾ ਪਰਿਵਾਰ ਸ਼ਹੀਦੀਆਂ ਦਿੰਦਾ ਏ, ਪਰ ਹੁਣ ਤੇ ਸ਼ਹੀਦੀ ਦੀ ਲੋੜ ਨਹੀਂ ਗੀ, ਘੱਟੋ ਘੱਟ ਸਿੱਖੀ ਤੇ ਬਣ ਜਾਈਏ, ਗੁਰੂ ਦੇ ਸਿਧਾਂਤ ਤੇ ਚੱਲ ਪਈਏ, ਘੱਟੋ ਘੱਟ ਸਵੇਰ ਦਾ ਨਿਤਨੇਮ ਹੀ ਰੱਖ ਲਈਏ, ਨਿਤਨੇਮ ਹੀ ਕਰ ਲਈਏ ਅਸੀਂ, ਫਿਰ ਤੇ ਸਾਡਾ ਮਨਾਇਆ ਹੋਇਆ ਗੁਰਪੁਰਬ ਕਾਰ ਹੈ। ਤੇ ਨਹੀਂ ਤੇ ਖਾ ਪੀ ਕੇ ਢਕਾਰ ਮਾਰ ਕੇ ਤੁਰ ਜਾਣਾ ਹੈ। ਗੁਰੂ ਪਾਤਸ਼ਾਹ ਰਹਿਮਤ ਕਰੇ। ਇੱਕ ਆਪਾਂ ਛੋਟੀ ਜੀ ਧਾਰਨਾ, ਉਸ ਤੋਂ ਬਾਅਦ ਪ੍ਰਧਾਨ ਸਾਹਿਬ ਬੈਠੇ ਹੈ, ਉਹਨਾਂ ਵੀ ਆਪ ਜੀ ਨਾਲ ਵਿਚਾਰਾਂ ਕਰਨੀ ਹੈ। ਸੋ ਆਓ ਛੋਟੀ ਜੀ ਧਾਰਨਾ ਪੜ੍ਹ ਕੇ ਆਪਾਂ ਸਮਾਪਤੀ ਕਰ ਦੇਣੀ ਹੈ। ਜਿਸ ਡਿਠੈ ਸਭ ਦੁਖ ਜਾਏ, 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 ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ, ਜਿਸ ਡਿਠੈ ਸਭ ਦੁਖ ਜਾਏ, ਸਤਿਗੁਰੂ ਜੀ ਰਹਿਮਤ ਕਰਨ ਸਮੁੱਚੇ ਪਰਿਵਾਰਾਂ ਦੇ ਵਿੱਚ। ਸਤਿਗੁਰੂ ਜੀ ਆਪਣੇ ਚਰਨਾਂ ਦਾ ਪਿਆਰ, ਗੁਰਸਿੱਖੀ ਵਾਲੇ ਜੀਵਨ ਬਖਸ਼ਣ, ਜਿਸ ਸਦਕਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ। ਸੋ ਆਓ ਹੁਣ ਸਰਦਾਰ ਇਕਬਾਲ ਸਿੰਘ ਜੀ ਆਪ ਜੀ ਨਾਲ ਕੁਝ ਵਿਚਾਰਾਂ ਦੀ ਸਾਂਝ ਪਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।